ਅਸਮਾਨ ਤੇ ਉੱਡਦੇ ਪੰਛੀ, ਦਰਖਤਾਂ ਦੀਆਂ ਟਾਹਣੀਆਂ ਤੇ ਕੂਕਦੀ ਕੋਇਲ। ਹਰੇ ਭਰੇ ਦਰਖਤਾਂ ਤੇ ਪੰਛੀਆਂ ਨੂੰ ਦੇਖਣਾ ਹਰ ਕਿਸੇ ਲਈ ਵੱਖਰਾ ਅਹਿਸਾਸ। ਪਰ ਜਦੋਂ ਇਹ ਪੰਛੀ ਅਸਮਾਨ ਤੇ ਉੱਡਦੀ ਡੋਰ ਤੇ ਬਿਜਲੀ ਦੇ ਝਟਕਿਆਂ ਨਾਲ ਜ਼ਖਮੀ ਹੋ ਜਾਂਦੇ ਨੇ ਤਾਂ ਸਾਡੇ ਕੋਲ ਇਹਨਾਂ ਬੇਜ਼ੁਬਾਨਾਂ ਵਾਸਤੇ 1 ਮਿੰਟ ਦਾ ਸਮਾਂ ਨਹੀਂ ਹੁੰਦਾ, ਨਾ ਹੀ ਉਹਨਾਂ ਨੂੰ ਰੋਕ ਕੇ ਦੇਖਣ ਦਾ ਤੇ ਨਾ ਹੀ ਉਹਨਾਂ ਦੇ ਇਲਾਜ ਕਰਵਾਉਣ ਦਾ। ਅੱਜ ਮੈਂ ਤੁਹਾਨੂੰ ਅਜਿਹੇ ਸ਼ਖਸ ਨਾਲ ਮਿਲਵਾਉਣ ਜਾ ਰਹੀ ਹਾਂ ਜੋ ਇਹਨਾਂ ਬੇਜ਼ੁਬਾਨ ਪੰਛੀਆਂ ਵਾਸਤੇ ਪੂਰਾ ਦਿਨ ਕੱਢਦੇ ਨੇ। ਇਹਨਾਂ ਦਾ ਨਾਮ ਹੈ ਪ੍ਰਿੰਸ ਮਹਿਰਾ। 2011 ਤੋਂ ਮੈਂ 1254 ਦੇ ਕਰੀਬ ਮੈਂ ਇਹਨਾਂ ਦਾ ਸੰਸਕਾਰ ਕਰ ਚੁੱਕਾ ਔਰ 1150 ਦੇ ਕਰੀਬ ਮੈਂ ਇਹਨਾਂ ਨੂੰ ਆਜ਼ਾਦ ਕਰ ਚੁੱਕਾ ਆਪਣੇ ਹਸਪੀਟਲ ਤੋਂ। इश्तिहार बंटवा के छपवा कर मैंने उन पे अपील लिख दी भी अगर भी आपको कहीं भी बच्चा हो, चाहे बुजुर्ग हो, चाहे बड़ा हो, किसी भी को अगर कोई पंछी मरा हुआ या जख्मी मिलता है तो मुझे इन नंबर पे कांटेक्ट करिए। जैसे जैसे ये जो टावर लगने शुरू हो गए हैं, पहले 2G आया, 3G आया, फिर 4G आया, अब 5G आ गया, जो इतने ख़तरनाक है इनके लिए क्योंकि इनका हार्ट होता है कमज़ोर, वो उसकी रेंज को सहन नहीं कर पाते। अब तक मैं 1990 से मेरे पास 48 के करीब मेरे पास बर्ड रिकॉर्ड है। 80 किताबों में मेरा नाम दर्ज है और 200 के करीब एक्स्ट्रा अवार्ड्स है मेरे पास। I recycle, I use my bicycle. अगर 10 ਬੰਦਿਆਂ 'ਚੋਂ ਵੀ 2 ਬੰਦੇ ਵੀ ਮੇਰੀ ਇਸ ਗੱਲ ਨੂੰ ਮੰਨਦੇ ਹੈ ਤਾਂ ਮੈਂ ਸੋਚਦਾ ਜਿਹੜੀ ਮੇਰੀ ਤਪੱਸਿਆ ਹੈ ਬੋਰਡ ਲਾਉਣ ਦਾ ਮੇਰਾ ਮਕਸਦ ਜੋ ਹੈ ਪੂਰਾ ਹੋ ਗਿਆ। ਜਿੰਨੀ ਜ਼ਿਆਦਾ ਹੋ ਸਕੇ ਬੰਦੇ ਨੂੰ ਸਾਈਕਲ ਚਲਾਓ ਤਾਂ ਕਿ ਪਰਿਆਵਰਨ ਪ੍ਰਦੂਸ਼ਣ ਘੱਟ ਹੋਏ। ਜਿੱਦਾਂ ਕਹਿ ਰਹੇ ਸੀ ਪਹਿਲਾਂ ਉਹ ਯੈਲੋ ਕਲਰ ਦਾ ਸੀ ਤੇ ਹੁਣ ਤੁਸੀਂ ਰੈੱਡ ਕਲਰ ਦਾ ਸਾਈਕਲ ਰੱਖਿਆ ਹੋਇਆ। ਉਹ ਯੈਲੋ ਜਿਹੜਾ ਕਲਰ ਹੈ ਉਹ ਜ਼ਿਆਦਾ ਅੱਖਾਂ ਨੂੰ ਅਟਰੈਕਟਿਵ ਕਰਦਾ ਸੀਗਾ, ਇਸ ਕਰਕੇ ਉਹਦਾ ਯੈਲੋ ਰੱਖਿਆ ਸੀ। ਹੁਣ ਮੈਂ ਰੈੱਡ ਰੱਖਿਆ ਹੋਇਆ, ਰੈੱਡ ਔਰ ਵਾਈਟ ਰੱਖਿਆ ਕਿਉਂਕਿ ਐਂਬੂਲੈਂਸ ਦਾ ਜਿਹੜਾ ਕਲਰ ਹੈ ਉਹ ਰੈੱਡ ਔਰ ਵਾਈਟ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ ਜੋ ਬੇਜ਼ੁਬਾਨ ਪੰਛੀਆਂ ਦਾ ਸਹਾਰਾ ਬਣੇ ਨੇ। ਤੁਸੀਂ ਇਹਨਾਂ ਨੂੰ ਅਕਸਰ ਹੀ ਚੰਡੀਗੜ੍ਹ ਦੀਆਂ ਸੜਕਾਂ 'ਤੇ ਦੇਖਦੇ ਹੋਵੋਗੇ ਕਿ ਕਿਸ ਤਰ੍ਹਾਂ ਉਹ ਮੋਟਰਸਾਈਕਲ ਤੇ ਨਾਲ ਹੀ ਬਾਈਸਾਈਕਲ ਤੇ ਪੰਛੀਆਂ ਵਾਸਤੇ ਬਰਡ ਐਂਬੂਲੈਂਸ ਚਲਾ ਰਹੇ ਨੇ। ਸਾਡੇ ਨਾਲ ਮੌਜੂਦ ਨੇ ਪ੍ਰਿੰਸ ਮਹਿਰਾ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਨੇ ਬਰਡ ਐਂਬੂਲੈਂਸ ਦਾ ਜਿਹੜਾ ਇੱਕ ਰੁਝਾਨ ਸ਼ੁਰੂ ਕੀਤਾ ਉਹ ਕਿਉਂ ਸ਼ੁਰੂ ਕੀਤਾ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਤੋਂ ਪੁੱਛਣਾ ਚਾਹੂੰਗੀ, ਤੁਸੀਂ ਇੱਕ ਬਹੁਤ ਹੀ ਵੱਖਰੀ ਜਿਹੀ ਚੀਜ਼ ਲੈ ਕੇ ਆ ਰਹੇ ਹੋ ਲੋਕਾਂ ਅੱਗੇ, ਬਰਡ ਐਂਬੂਲੈਂਸ, ਜਿਸ ਦਾ ਨਾਮ ਵੀ ਨਹੀਂ ਸੁਣਿਆ ਹੋਣਾ ਲੋਕਾਂ ਨੇ। ਤੁਸੀਂ ਇਸ ਦਾ ਰੁਝਾਨ ਕਦੋਂ ਸ਼ੁਰੂ ਕੀਤਾ ਤੇ ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਵੱਲ ਆਏ? ਮੈਂ 2011 ਦੇ ਵਿੱਚ ਆਰਮੀ ਅਚੀਵਮੈਂਟ ਕੈਂਪ ਵਾਸਤੇ ਫਿਰੋਜ਼ਪੁਰ ਗਿਆ ਸੀ NGO ਦੇ ਨਾਲ। ਉੱਥੇ ਮੈਂ 2 ਕਬੂਤਰ ਕਰੰਟ ਦੇ ਨਾਲ ਮਰ ਗਏ ਸੀਗੇ। तो मैं उन्होंने सोचा, मैं कहा जिदा इन्होंने इसको ऐसे फेंक दिया कूड़ेदान में, जो काम करने वाले थे उसे कूड़े में फेंक रही थी, कूड़े डस्टबिन में। मैंने सोचा अगर जैसे इसने इसमें फेंक दिया आगे जाके ये कूड़ा और किसी कूड़े में जाएगा तो ये जो मरे हुए हैं पंछी मरे हुए हैं 2 कबूतर, तो इनमें से ये सड़ जाएंगे, 2 दिन बाद 3 दिन बाद सड़ जाएंगे
और इनमें से बदबू आनी शुरू हो जाएगी और वही बदबू हवा में फैलेगी और पर्यावरण को नुकसान पहुंचाएगी और सांस के जरिए हमारे अंदर जाएगी, जिससे बीमारी फैलेगी। मैंने सोचा नहीं, इनके लिए भी मुझे कुछ ना कुछ करना चाहिए, क्योंकि उससे पहले मैंने कभी ऐसा नहीं सुना था कोई पंछियों की एम्बुलेंस है। जानवरों की मैंने सुना था, लेकिन मैंने सोचा अगर इनके बारे में नहीं सोचेंगे, ये भी कि हमारे परिवार का हिस्सा है, इनके कारण ही पर्यावरण है, पर्यावरण के कारण ही हम हैं। तो मैं फिर 4 दिन बाद जब भी मैं वापस से चंडीगढ़ अपने आया यहाँ पर, मैंने इश्तेहार अपने खर्चे पर इश्तेहार बंटवा के छपवा कर मैंने उन पर अपील लिख दी भाई अगर भी आपको कहीं भी बच्चा हो, चाहे बुजुर्ग हो, चाहे बड़ा हो, किसी भी को अगर कोई पंछी मरा हुआ जहाँ जख्मी मिलता है तो मुझे इन नंबर पे कांटेक्ट करिए। तो 2011 से जो मेरा ये सिलसिला है पंछियों के प्रति, वहाँ से शुरू हुआ। ਇਹ ਤੁਸੀਂ ਜਿੱਦਾਂ ਦੱਸ ਰਹੇ ਹੋ ਵੀ ਇੱਕ ਕਿੱਸਾ ਹੀ ਸੀ ਜਦੋਂ ਤੁਸੀਂ ਇਸ ਚੀਜ਼ ਬਾਰੇ ਸ਼ੁਰੂ ਕੀਤਾ ਨਾ, ਤੇ ਅੱਜ ਅਸੀਂ ਇਸ ਪਾਰਕ 'ਚ ਖੜੇ ਹੋਏ ਆ ਨਾ, ਤੇ ਇੱਥੇ ਵੀ ਪਹਿਲਾਂ ਜਦੋਂ ਪਹਿਲੇ ਦੇ ਸਮੇਂ ਦੇ ਵਿੱਚ ਗੱਲ ਕਰੀਏ ਤਾਂ ਪੰਛੀਆਂ ਦੀ ਜਿਹੜੀ ਆਵਾਜ਼ ਹੈ ਉਹ ਕੰਨਾਂ 'ਚ ਗੂੰਜਦੀ ਰਹਿੰਦੀ ਸੀ, ਤੇ ਹੁਣ ਜਿੱਦਾਂ ਅਸੀਂ ਦੇਖ ਸਕਦੇ ਹਾਂ ਵੀ ਲੋਕ ਇਹਨਾਂ ਵੱਲ ਧਿਆਨ ਨਹੀਂ ਦੇ ਰਹੇ, ਪੋਲਿਊਸ਼ਨ ਇੰਨਾ ਵੱਧ ਰਿਹਾ ਵਾ। ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਤੇ ਅੱਜ ਦੇ ਜਿਹੜਾ ਪੋਲਿਊਸ਼ਨ ਨੂੰ ਲੈ ਕੇ ਜੋ ਵੀ ਚੀਜ਼ਾਂ ਹੋ ਰਹੀਆਂ ਉਸ 'ਤੇ ਤੁਸੀਂ ਕੀ ਕਹਿਣਾ ਚਾਹੋਗੇ? देखो जी, पंछी पहले बहुत थे हमारे पास। जैसे जैसे ये जो टावर लगने शुरू हो गए हैं, पहले 2G आया, 3G आया, फिर 4G आया, अब 5G आ गया, जो इतने ख़तरनाक है इनके लिए, क्योंकि इनका हार्ट होता है कमज़ोर, वो उसकी रेंज को सहन नहीं कर पाते। इसलिए जो पंछी है आहिस्ता आहिस्ता लुप्त होते जा रहे हैं। ਮੈਨੂੰ ਕੁਝ ਆਪਣੇ ਅਵਾਰਡਸ ਬਾਰੇ ਵੀ ਦੱਸੋ, ਤੁਸੀਂ ਪਹਿਲਾ ਅਵਾਰਡ ਕਦੋਂ ਜਿੱਤਿਆ ਸੀ? सबसे पहले मुझे मेरा नाम जो दर्ज हुआ था इंडिया बुक रिकॉर्ड्स में दर्ज हुआ था, मैं उनका बड़ा आभारी हूँ जिन्होंने मुझे इस लायक समझा। उसके बाद आहिस्ता आहिस्ता मेरा 2015 में मेरा लिम्का बुक में नाम दर्ज हुआ और 2016 में मुझे अपने एडमिनिस्ट्रेटर ने मुझे 26 जनवरी रिपब्लिक डे को मुझे उस पर ऑनर किया है मुझे। और अब तक मैं 1990 से मेरे पास 48 के करीब मेरे पास वर्ल्ड रिकॉर्ड है, 7 नेशनल है, 14 इंटरनेशनल रिकॉर्ड्स हैं, 80 किताबों में मेरा नाम दर्ज है और 200 के करीब एक्स्ट्रा अवार्ड्स हैं मेरे पास। ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਆ ਕਿ ਤੁਸੀਂ ਇੱਕ ਅਜਿਹੀ ਚੀਜ਼ ਪੇਸ਼ ਕਰ ਰਹੇ ਹੋ ਲੋਕਾਂ ਅੱਗੇ ਜਿਸ ਨੂੰ ਕੋਈ ਵੀ ਦੇਖਣਾ ਨਹੀਂ ਚਾਹੁੰਦਾ, ਸੁਣਨਾ ਨਹੀਂ ਚਾਹੁੰਦਾ। ਤਾਂ ਮੈਂ ਤੁਹਾਡੀ ਸਾਈਕਲ ਦਾ ਜ਼ਿਕਰ ਕਰਨਾ ਚਾਹੂੰਗੀ। ਇਹਨਾਂ ਨੇ ਆਪਣੀ ਸਾਈਕਲ ਦੇ ਉੱਤੇ ਵੀ ਬਰਡਸ ਬਣਾਏ ਹੋਏ ਨੇ ਤੇ ਨਾਲ ਹੀ ਚੀਜ਼ਾਂ ਲਿਖੀਆਂ ਹੋਈਆਂ, ਆਈ ਰੀਸਾਈਕਲ, ਆਈ ਯੂਜ਼ ਮਾਈ ਬਾਈਸਾਈਕਲ। ਬੜਾ ਹੀ ਸੋਹਣਾ ਹੈ। ਇਹਨਾਂ ਤੋਂ ਇਸ ਬਾਰੇ ਵੀ ਜਾਣਦੇ ਹਾਂ ਕਿ ਤੁਸੀਂ ਇਹ ਕੋਟ ਲਿਖਿਆ ਹੋਇਆ ਵਾ, ਇਸ ਦੇ ਬਾਰੇ ਮੈਨੂੰ ਜ਼ਰੂਰ ਦੱਸੋ। ਮੈਂ ਇਹ ਸਲੋਗਨ ਇਸ ਕਰਕੇ ਲਿਖੇ हैं ਤਾਂ ਕਿ ਲੋਕੀ ਇਹਨਾਂ ਨੂੰ ਪੜ੍ਹ ਕੇ ਮੋਟੀਵੇਟ ਹੋਣ। ਅਗਰ 10 ਬੰਦਿਆਂ 'ਚੋਂ ਵੀ 2 ਬੰਦੇ ਵੀ ਮੇਰੀ ਇਸ ਗੱਲ ਨੂੰ ਮੰਨਦੇ ਹੈ ਤਾਂ ਮੈਂ ਸੋਚਦਾ ਜਿਹੜੀ ਮੇਰੀ ਤਪੱਸਿਆ ਹੈ, ਬੋਰਡ ਲਾਉਣ ਦਾ ਮੇਰਾ ਮਕਸਦ ਜੋ ਹੈ ਪੂਰਾ ਹੋ ਗਿਆ। ਜਿੰਨੀ ਜ਼ਿਆਦਾ ਹੋ ਸਕੇ ਬੰਦੇ ਨੂੰ ਸਾਈਕਲ ਚਲਾਓ ਤਾਂ ਕਿ ਪਰਿਆਵਰਨ ਪ੍ਰਦੂਸ਼ਣ ਘੱਟ ਹੋਏ। ਮੰਨ ਲਓ ਜਿੱਦਾਂ ਹੁਣ ਸਰਕਾਰੀ ਆਫਿਸ ਦੇ ਵਿੱਚ ਸ਼ਨੀਵਾਰ ਐਤਵਾਰ ਛੁੱਟੀ ਹੁੰਦੀ ਹੈ, ਅਗਰ ਅਸੀਂ ਛੋਟੇ ਮੋਟੇ ਕੰਮ ਆਪਣੇ ਸਾਈਕਲ 'ਤੇ ਵੀ ਕਰ ਸਕਦੇ ਹਾਂ ਤਾਂ ਉਸ ਦੇ ਨਾਲ ਵੀ ਬਹੁਤ ਪੋਲੂਸ਼ਨ ਨੂੰ ਜਿਹੜਾ ਹੈ ਬਹੁਤ ਬਚਾਅ ਹੋਏਗਾ ਉਹਦੇ ਨਾਲ ਦੇ। ਇਸ ਕਰਕੇ ਸਾਈਕਲ ਜਿੰਨਾ ਹੋ ਸਕਦਾ ਹੈ ਉਨਾ ਜ਼ਰੂਰ ਚਲਾਓ। ਤੇ ਤੁਸੀਂ ਇਹ ਸਾਈਕਲ ਤੇ 2 ਸੀਟਸ ਲਗਾਈਆਂ ਹੋਈਆਂ, ਇਹਦਾ ਕੀ ਕਾਰਨ ਆ? ਤੇ ਨਾਲ ਹੀ ਇਹਨਾਂ ਨੇ ਆ ਬਰਡਸ ਵਾਸਤੇ ਤੁਸੀਂ ਬਣਾਈ ਹੋਈ ਆ 2 ਸੀਟਸ ਦਾ ਕੀ ਕਾਰਨ ਹੈ? ਇਹ ਵੈਸੇ ਟ੍ਰੈਂਡੀ ਬਾਈਕ ਹੈ ਜੀ, ਇਹਨੂੰ ਜ਼ਿਆਦਾਤਰ ਲੋਕੀ ਜਾਣ ਕੇ ਵੈਸੇ ਦੇਖਦੇ ਆ। ਇਹਨੂੰ ਦੇਖਣ ਦੇ ਨਾਲ ਨਾਲ ਬਾਕੀ ਫਿਰ ਸਲੋਗਨ ਵੀ ਪੜ੍ਹਨ ਲੱਗ ਜਾਂਦੇ ਨਾਲ ਨਾਲ ਵੀ ਇਹਦੇ ਉੱਪਰ ਕਿਆ ਲਿਖਿਆ। ਸਾਡਾ ਪਹਿਲੇ NGO ਦੇ ਜਿਹੜਾ ਸੀਗਾ ਜਿੱਥੇ ਮੈਂ ਯੂਥ ਸੱਤਾ ਨਾਲ ਮੈਂ NGO ਸਰਵਿਸ ਕਰਦਾ ਕਰਦਾ ਮੈਂ ਉਹਨਾਂ ਨਾਲ, ਅਤੇ ਉਹ ਸਾਡੇ ਕੋਲ ਸਾਈਕਲ ਕਲੱਬ ਸੀਗਾ ਪਹਿਲੇ, ਅਤੇ ਉਹਨਾਂ ਕੋਲ ਇਹ ਸਾਈਕਲ ਕਲੱਬ ਸੀਗਾ। ਲੋਕ ਜ਼ਿਆਦਾ ਇਹਨੂੰ ਗੌਰ ਕਰਦੇ ਸੀਗੇ। ਜਿੱਦਾਂ ਮੀਆਂ ਬੀਬੀ ਹੈ, ਉਹਨਾਂ ਨੇ ਨਾਲ ਜਾਣਾ ਹੁੰਦਾ ਸੀ ਸਾਈਕਲ ਲੈ ਕੇ, ਅਤੇ ਉਹ ਮੀਆਂ ਬੀਬੀ ਇਹ ਸਾਈਕਲ ਯੂਜ਼ ਕਰ ਲੈਂਦੇ ਸੀਗੇ, ਬੜਾ ਅੱਛਾ ਲੱਗਦਾ ਸੀ ਉਹਨਾਂ ਨੂੰ। ਅਸੀਂ ਸਾਈਕਲ ਕਲੱਬ ਇਸ ਕਰਕੇ ਬਣਾਇਆ ਸੀ ਲੋਕੀ ਜ਼ਿਆਦਾ ਸਾਈਕਲ ਚਲਾ ਸਕਣ। ਉਹ ਟੂਰ 'ਤੇ ਜਾਂਦੇ ਸੀ 4 ਘੰਟੇ ਵਾਸਤੇ। ਫਿਰ ਉਹ ਸਾਈਕਲ ਸਾਡੀ ਚੋਰੀਆਂ ਹੋਣੀ ਸ਼ੁਰੂ ਹੋ ਗਈਆਂ ਆਫਿਸ ਤੋਂ। ਫਿਰ ਸਾਈਕਲ ਅਸੀਂ ਕਲੱਬ ਬੰਦ ਕਰ ਦਿੱਤਾ। ਫਿਰ ਉਹ ਜਿਹੜੀ NGO ਸੀ ਉਹਨਾਂ ਨੇ ਮੈਨੂੰ ਸਾਈਕਲ ਹੀ ਡੋਨੇਟ ਕਰ ਦਿੱਤਾ। ਬਈ ਇਸ ਤੋਂ ਜ਼ਿਆਦਾ ਸੰਭਾਲ ਇਹ ਕੋਈ ਨਹੀਂ ਰੱਖ ਸਕਦਾ। ਤੇ ਜਿੱਦਾਂ ਅਸੀਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਪੁਰਾਣੇ ਸਾਈਕਲ ਦੀਆਂ ਤਸਵੀਰਾਂ ਦੇਖ ਰਹੇ ਸੀ, ਆਪਣੇ ਪੁਰਾਣੇ ਸਾਈਕਲ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ? ਤੁਸੀਂ ਜਿੱਦਾਂ ਕਹਿ ਰਹੇ ਸੀ ਪਹਿਲਾਂ ਉਹ ਯੈਲੋ ਕਲਰ ਦਾ ਸੀ ਤੇ ਹੁਣ ਤੁਸੀਂ ਰੈੱਡ ਕਲਰ ਦਾ ਸਾਈਕਲ ਰੱਖਿਆ ਹੋਇਆ। ਜੀ ਨਹੀਂ, ਸਾਈਕਲ ਯੈਲੋ ਮੈਂ ਇਸ ਕਰਕੇ ਰੱਖਿਆ ਸੀ, ਜਾਗਰ ਮਤਲਬ ਕਿ ਤੁਸੀਂ ਬਿਲਕੁਲ ਸਿੱਧਾ ਦੇਖੋਗੇ ਸਟੇਟ ਦੇ ਵਿੱਚ ਸਾਈਡ ਤੋਂ ਕੋਈ ਵੀ ਯੈਲੋ ਚੀਜ਼ ਹੋਗੀ ਤੁਹਾਡਾ ਇੱਕਦਮ ਧਿਆਨ ਉਸ ਪਾਸੇ ਚੱਲ ਜਾਏਗਾ। ਉਹ ਯੈਲੋ ਜਿਹੜਾ ਕਲਰ ਹੈ ਉਹ ਜ਼ਿਆਦਾ ਅੱਖਾਂ ਨੂੰ ਅਟਰੈਕਟਿਵ ਕਰਦਾ ਸੀਗਾ, ਇਸ ਕਰਕੇ ਉਹਦਾ ਯੈਲੋ ਰੱਖਿਆ ਸੀ। ਹੁਣ ਮੈਂ ਰੈੱਡ ਰੱਖਿਆ ਹੋਇਆ, ਰੈੱਡ ਔਰ ਵਾਈਟ ਰੱਖਿਆ ਕਿਉਂਕਿ ਐਂਬੂਲੈਂਸ ਦਾ ਜਿਹੜਾ ਕਲਰ ਹੈ ਉਹ ਰੈੱਡ ਔਰ ਵਾਈਟ ਮਿਲਦਾ ਜੀ।
ਤੇ ਤੁਹਾਡੀ ਜਿਹੜੀ ਸਕੂਟਰੀ ਦੀ ਵੀ ਗੱਲ ਕਰ ਲੈਂਦੇ ਆ, ਤੁਸੀਂ ਸਕੂਟਰੀ ਦੇ ਉੱਪਰ ਵੀ ਆਪਣੇ ਅਵਾਰਡਸ ਦਾ ਵੀ ਜ਼ਿਕਰ ਕੀਤਾ ਹੋਇਆ ਇਹਨਾਂ ਨੇ, ਤੇ ਅਵਾਰਡ ਦੇ ਵਿੱਚ ਕਾਫੀ ਜਿਹੜੇ ਇਹਨਾਂ ਨੇ ਨਾਮ ਵੀ ਲਿਖੇ ਹੋਇਆ। ਇਹ ਸਕੂਟਰੀ ਤੁਹਾਨੂੰ ਕਿੰਨਾ ਨੇ ਤੁਸੀਂ ਲਿਖਿਆ ਹੋਇਆ ਡੋਨੇਟਡ ਬਾਈ ਸੈਂਟਰਲ ਬੈਂਕ ਆਫ ਇੰਡੀਆ? ਮੈਨੂੰ 2011 ਤੋਂ ਬਾਅਦ ਇਹਨਾਂ ਨੇ ਮੈਨੂੰ ਸੈਂਟਰਲ ਬੈਂਕ ਨੇ ਡੋਨੇਟ ਕੀਤੀ ਹੈ, ਕਿਉਂਕਿ ਕਈ ਪੰਛੀ ਇਹੋ ਜਿਹੇ ਹੁੰਦੇ ਆ ਕਿ ਉਹਨਾਂ ਨੂੰ ਜਿੰਨੇ ਜ਼ਖਮੀ ਹੁੰਦੇ ਆ ਉਹਨੂੰ ਜਲਦੀ ਤੋਂ ਜਲਦੀ ਹਸਪੀਟਲ ਪਹੁੰਚਾਉਣ ਦੀ ਜ਼ਰੂਰਤ ਹੁੰਦੀ ਹੈ। तो उससे ਇਹ ਸਾਈਕਲ ਤੋਂ ਜ਼ਿਆਦਾ ਥੋੜ੍ਹੀ ਤੇਜ਼ ਚੱਲਦੀ ਹੈ, ਇਸ ਕਰਕੇ ਮੈਂ ਇਹਦਾ ਯੂਜ਼ ਕਰਦਾ। ਕੋਈ ਅਗਰ ਪੰਛੀ ਮਰ ਜਾਂਦਾ ਹੈ ਤਾਂ ਮੈਂ ਉਹਨੂੰ ਅੱਧੇ ਘੰਟੇ ਬਾਅਦ ਸਾਈਕਲ 'ਤੇ ਜਾ ਕੇ ਉਹਨੂੰ ਰੈਸਕਿਊ ਕਰਕੇ ਉਹਦਾ ਪ੍ਰੋਪਰ ਸੰਸਕਾਰ ਕਰ ਦਿੰਦਾ ਮੈਂ। ਅਤੇ ਬਾਕੀ ਮੈਂ ਇਹਨਾਂ ਦਾ ਇਲਾਜ ਕਰਕੇ ਇਹਨਾਂ ਨੂੰ ਮੈਂ ਫ੍ਰੀ ਕਰ ਦਿੰਦਾ। ਹੁਣ ਤੱਕ ਮੈਂ 2011 ਤੋਂ ਮੈਂ 1254 ਦੇ ਕਰੀਬ ਮੈਂ ਇਹਨਾਂ ਦਾ ਸੰਸਕਾਰ ਕਰ ਚੁੱਕਾ ਔਰ 1150 ਦੇ ਕਰੀਬ ਮੈਂ ਇਹਨਾਂ ਨੂੰ ਆਜ਼ਾਦ ਕਰ ਚੁੱਕਾ ਆਪਣੇ ਹਸਪੀਟਲ ਤੋਂ ਜਾਂ ਮੈਂ ਆਪਣੇ ਘਰ ਦੇ ਉੱਪਰ ਤੋਂ। ਅਤੇ ਮੈਂ ਹਰ ਸਾਲ ਜਿੱਦਾਂ ਅਸੀਂ ਆਪਣੇ ਰਿਸ਼ਤੇਦਾਰ ਜਾਂ ਆਪਣੀ ਫੈਮਿਲੀ ਮੈਂਬਰਸ ਜਿੱਦਾਂ ਕੋਈ ਗੁਜ਼ਰ ਜਾਂਦਾ ਹੈ, ਆਪਣੇ ਆਪਣੇ ਅਲੱਗ-ਅਲੱਗ ਧਰਮਾਂ ਦੇ ਹਿਸਾਬ ਨਾਲ ਕੋਈ ਕੀਰਤਨ ਕਰਵਾਉਂਦਾ ਹੈ, ਕੋਈ ਹਵਨ ਕਰਵਾਉਂਦਾ ਹੈ, ਕੋਈ ਪਾਠ ਕਰਵਾਉਂਦਾ। ਮੈਂ ਵੀ ਇਹਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝ ਕੇ 4 ਸਾਲ ਤੋਂ ਲਗਾਤਾਰ ਇਹਨਾਂ ਦੀ ਮੈਂ ਆਤਮਾ ਦੀ ਸ਼ਾਂਤੀ ਵਾਸਤੇ ਮੈਂ ਸਪੈਸ਼ਲ ਪੰਡਤ ਬੁਲਾ ਕੇ ਇਹਨਾਂ ਦੀ ਹਵਨ ਕਰਵਾਉਂਦਾ। ਬਹੁਤ ਹੀ ਵਧੀਆ ਚੀਜ਼ ਆ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਜਦੋਂ ਪੰਛੀਆਂ ਨੂੰ ਤੁਸੀਂ ਦੇਖਦੇ ਹੋ ਤੇ ਉਹਨਾਂ ਨੂੰ ਰੈਸਕਿਊ ਕਰਦੇ ਹੋ, ਤਾਂ ਕਈ ਲੋਕ ਕਹਿ ਵੀ ਦਿੰਦੇ ਹੋਣੇ ਆ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ। ਇਸ ਤਰ੍ਹਾਂ ਦਾ ਕੁਝ ਹੋਇਆ ਇੰਨੇ ਸਾਲ ਤੋਂ ਤੁਸੀਂ ਇਹ ਚੀਜ਼ ਕਰ ਰਹੇ ਹੋ? ਨਹੀਂ, ਪਹਿਲੇ ਕਹਿੰਦੇ ਆ ਯਾਰ ਤੂੰ ਕਿੱਥੇ ਕੰਮ 'ਚ ਪੈ ਗਿਆ ਵੀ ਬਿਮਾਰੀ ਨਾਲ ਮਰੇਗਾ, ਤੂੰ ਬਿਮਾਰੀ ਲੱਗੇਗੀ, ਤੈਨੂੰ ਸਕਿਨ ਦੀ ਪ੍ਰੋਬਲਮ ਹੋ ਜਾਏਗੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦੇਖੋ ਜੀ ਮੈਂ ਤਾਂ ਸੇਵਾ ਕਰ ਰਿਹਾ, ਅਗਰ ਮੈਨੂੰ ਉੱਪਰ ਵਾਲੇ ਨੇ ਇਹਦੇ ਨਾਲ ਮਾਰਨਾ, ਇਹਨੇ ਸੇਵਾ ਕਰਦੇ ਕਰਦੇ ਅਗਰ ਮੇਰੀ ਜਾਨ ਜਾਂਦੀ ਹੈ, ਇਸ ਤੋਂ ਵਧੀਆ ਹੋਰ ਖੁਸ਼ੀ ਨਹੀਂ। ਕਿਉਂਕਿ ਮੈਨੂੰ ਜਿਹੜੀ ਜੂਨ ਮਿਲੀ ਹੋਈ ਹੈ ਇਨਸਾਨ ਦੀ ਜੂਨ ਹੈ, ਅਗਰ ਮੈਂ ਕੁਝ ਨਹੀਂ ਕਰਾਂਗਾ ਤਾਂ ਮੇਰਾ ਵੈਸੇ ਵੀ ਦੁਨੀਆ 'ਚ ਆਉਣ ਦਾ ਕੋਈ ਮਕਸਦ ਹੀ ਨਹੀਂ ਹੈ। ਅਗਰ ਮੇਰਾ ਹੁਣ ਮਕਸਦ ਬਣਿਆ ਹੈਗਾ ਤਾਂ ਮੈਂ ਜਦ ਤੱਕ ਮੇਰੇ ਸਾਹ ਦੇ ਸਾਹ ਹੈਗੀ ਮੈਂ ਇਹਨਾਂ ਲਈ ਕੰਮ ਕਰਦਾ ਰਹਾਂਗਾ ਜੀ। ਤੇ ਪੰਛੀਆਂ ਦੀ ਗੱਲ ਕਰੀਏ ਤਾਂ ਪੰਛੀ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ। ਤੁਹਾਨੂੰ ਕਿਸ ਤਰ੍ਹਾਂ ਦੇ ਪੰਛੀਆਂ ਨੂੰ ਦੇਖਣ ਦਾ ਮੌਕਾ ਮਿਲਦਾ ਹੈ ਜਦੋਂ ਤੁਸੀਂ ਉਹਨਾਂ ਨੂੰ ਰੈਸਕਿਊ ਕਰਨ ਜਾਂਦੇ ਹੋ? ਕਿਉਂਕਿ ਕਾਫੀ ਮੁਸ਼ਕਿਲ ਹੁੰਦਾ ਇੱਕ ਬੇਜ਼ੁਬਾਨ ਪੰਛੀ ਨੂੰ ਦੇਖਣਾ ਤੇ ਉਸ ਤੋਂ ਬਾਅਦ ਉਹਨੂੰ ਠੀਕ ਕਰਕੇ ਆਜ਼ਾਦ ਕਰਨਾ, ਤੇ ਜਦੋਂ ਉਹਨਾਂ ਦਾ ਸੰਸਕਾਰ ਵੀ ਕਰਦੇ ਹੋ। ਨਹੀਂ, ਉੜਦੇ ਹੋਏ ਪੰਛੀ ਤਾਂ ਹਰ ਇੱਕ ਕਿਸੇ ਨੂੰ ਨਹੀਂ ਅੱਛੇ ਲੱਗਦੇ ਜੀ ਪੰਛੀ, ਕਿਉਂਕਿ ਇਹਨਾਂ ਦੀ ਜ਼ਿੰਦਗੀ ਹੀ ਉੜਨ ਵਾਸਤੇ ਬਣੀ ਹੋਈ ਹੈ। ਕੈਦ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ, ਕਿਉਂਕਿ ਅਗਰ ਅਸੀਂ ਵੀ 2 ਦਿਨ ਅਗਰ ਕਮਰੇ ਦੇ ਵਿੱਚ ਬੈਠੇ ਰਹਾਂਗੇ ਤਾਂ ਸਾਨੂੰ ਵੀ ਇੱਦਾਂ ਲੱਗੇਗਾ ਪਤਾ ਨਹੀਂ ਸਾਨੂੰ ਕਿਸੇ ਨੇ ਕੈਦ ਕਰਕੇ ਰੱਖਿਆ। ਇਸ ਕਰਕੇ ਆज़ादी सब ਦੇ ਲਈ ज़रूरी है। जब मैं इसका संस्कार करता हूँ मुझे बड़ी खुशी होती है इसकी भी मैंने एक पुण्य का काम और कर दिया है। ਕੀ ਕਹਿਣਾ ਚਾਹੋਗੇ ਆਪਣੇ ਚਾਹਣ ਵਾਲਿਆਂ ਨੂੰ ਜਿਹੜੇ ਤੁਹਾਨੂੰ ਜਾਣਦੇ ਨੇ ਪਰ ਉਹਨਾਂ ਨੂੰ ਤੁਹਾਡੀ ਇਸ ਚੀਜ਼ ਬਾਰੇ ਪਤਾ ਤਾਂ ਹੈ, ਪਰ ਉਹ ਫਿਰ ਵੀ ਤੁਹਾਨੂੰ ਕਹਿੰਦੇ ਨੇ ਵੀ ਇਹ ਚੀਜ਼ ਤੂੰ ਬਹੁਤ ਹੀ ਗਲਤ ਕਰ ਰਿਹਾ ਜਾਂ ਕੁਝ ਵੀ? ਪਹਿਲੇ ਮੈਨੂੰ ਲੋਕੀ ਕਹਿੰਦੇ ਸੀ ਵੀ ਸਾਈਕਲ ਦਾ ਜ਼ਮਾਨਾ ਨਹੀਂ ਹੈ, ਵੀ ਤੂੰ ਸਾਈਕਲ ਚਲਾ रहा है, आजकल तो गड्डियाँ ज़माना है। मैं कहा मुझे खुशी मिलती है इस चीज़ को करने के लिए। अगर हम खुद ही शुरुआत नहीं करेंगे किसी चीज़ की तो आगे दूसरा बंदा कौन करेगा। पहले मैं ब्लड डोनेशन नहीं करता था। तो मैं लोगों को मोटिवेट करता था यार ब्लड डोनेशन करो, लेकिन कोई कहता था तू करता है, उस टाइम मेरी बोलती बंद हो जाती थी। फिर मैंने ब्लड डोनेशन शुरू किया, फिर मैं अब धड़ल्ले से कहता हूँ, छाती ठोक के कहता हूँ आप ब्लड डोनेशन करें। मैंने अपनी आइज़ और पूरी होल बॉडी मैंने पीजीआई में मेडिकल रिसर्च के लिए मैंने डोनेट कर रखी है जी। ਤੇ ਤੁਸੀਂ ਮਤਲਬ ਹੁਣ ਇਸ ਟਾਈਮ ਕੀ ਕਰ ਰਹੇ ਹੋ? ਬਰਡ ਐਂਬੂਲੈਂਸ ਦੇ ਨਾਲ ਹੋਰ ਤੁਸੀਂ ਕਿਹੜੇ ਕੰਮ ਕਰ ਰਹੇ ਹੋ? मैं एनिमल हस्बेंड्री से हैगा जी, एज मैं एनजीओ के साथ में काफ़ी मैं जुड़ा हुआ हूँ। अलग अलग मैं मैसेज देता हूँ लोगों को, पानी के ऊपर, बेटी के ऊपर, तम्बाकू के ऊपर, प्लास्टिक के ऊपर। मेरी साइकिल पे सभी स्लोगन लगे हुए हैं ताकि लोग की इनको देखकर मोटिवेट हो और इनके ऊपर अपना जो फोकस है वो रखें। इनके जो उनके से नुकसान होता है या इनका फ़ायदा है वो उनको समझ आ सके। ਤੁਹਾਨੂੰ ਇਸ ਚੀਜ਼ ਤੋਂ ਇਲਾਵਾ ਕੋਈ ਹੋਰ ਸ਼ੌਂਕ ਵੀ ਹੈ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਹੋਵੋ? ਜਾਂ नहीं, पहले मैं एज ए ड्राइंग टीचर रह चुका हूँ पहले 20 साल, +2 तक मैं ड्राइंग टीचर सीगा मैं। फिर पेंटर का काम करना शुरू करता, फिर जब तो मैंने ये सर्विस मिली है ਹੁਣ ਮੈਂ ਸਿਰਫ ਇਸੀ ਸੇਵਾ 'ਚ ਹੀ ਹੈ। ਜਦ ਤੱਕ ਮੇਰੀ ਡਿਊਟੀ ਹੁੰਦੀ 8 ਘੰਟੇ, ਉਸ ਟਾਈਮ ਮੈਂ ਡਿਊਟੀ ਦੇ ਵਿੱਚ ਮੈਂ ਇਹਨੂੰ ਰੈਸਕਿਊ ਕਰਦਾ। ਕੋਈ ਵੀ ਹਸਪੀਟਲ 'ਚ ਕੋਈ ਪੰਛੀ ਦੀ ਕੋਈ ਕੰਪਲੇਂਟ ਆਉਂਦੀ ਹੈ ਤਾਂ ਮੈਂ ਉਹਦੇ ਵਿੱਚ ਹੀ ਰੈਸਕਿਊ ਕਰਦਾ। ਬਾਕੀ ਜਿਹੜੇ ਟਾਈਮ 'ਚ ਮੈਂ ਜਿੱਦਾਂ ਹੁਣ ਘਰ ਹੁੰਦਾ, ਜਿੱਦਾਂ 8 ਘੰਟੇ ਘਰ ਹੀ ਹੋ ਗਿਆ, ਉਸ ਦੇ ਵਿੱਚ ਮੈਂ ਆਪਣੀ ਐਂਬੂਲੈਂਸ ਦੇ ਉੱਤੇ ਹੀ ਮੈਂ ਉਹਨਾਂ ਦੀ ਰੈਸਕਿਊ ਕਰਦਾ ਮੈਂ ਹਰ ਇੱਕ ਚੀਜ਼।
ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਸਾਨੂੰ ਸਮਾਂ ਦਿੱਤਾ। ਸੋ ਇਹ ਸੀ ਸਾਡੇ ਨਾਲ ਪ੍ਰਿੰਸ ਮਹਿਰਾ ਜੀ, ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਤੋਂ ਜਾਣਿਆ ਉਹਨਾਂ ਦੀ ਬਰਡ ਐਂਬੂਲੈਂਸ ਦੇ ਬਾਰੇ। ਅਸੀਂ ਬਾਕੀ ਐਂਬੂਲੈਂਸ ਦਾ ਸੁਣਦੇ ਹੀ ਰਹਿੰਦੇ ਹਾਂ ਕਿ ਜੋ ਜਾਨਵਰਾਂ ਵਾਸਤੇ ਹੁੰਦੀਆਂ ਨੇ ਜੋ ਜਾਂ ਇਨਸਾਨਾਂ ਵਾਸਤੇ, ਪਰ ਬਰਡ ਐਂਬੂਲੈਂਸ ਇੱਕ ਅਜਿਹੀ ਐਂਬੂਲੈਂਸ ਬਣਾਈ ਗਈ ਹੈ ਇਹਨਾਂ ਵੱਲੋਂ ਜਿਸ ਦੇ ਵਿੱਚ ਉਹ ਬਰਡਸ ਨੂੰ ਰੈਸਕਿਊ ਕਰਕੇ ਉਹਨਾਂ ਦਾ ਸੰਸਕਾਰ ਵੀ ਕਰਦੇ ਨੇ ਤੇ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲੋਕਾਂ ਅੱਗੇ ਪੇਸ਼ ਵੀ ਕਰਦੇ ਨੇ। ਸੋ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਦਾ ਅਨਮਿਊਟ ਦੇ ਨਾਲ।